ਹੈਲੋ एवरीवन इन दिस ਵੀਡੀਓ ਆਪਾਂ ਮੋਡ ਦੇ ਕੁਝ ਸਪੈਸ਼ਲ ਕੇਸਿਸ ਦੇਖਣ ਜਾ ਰਹੇ ਹਾਂ। ਕਈ ਸਪੈਸ਼ਲ ਕੇਸਿਸ ਆ ਜਾਂਦੇ ਨੇ ਤਾਂ ਉੱਥੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਆਪਾਂ ਕਿਸ ਤਰੀਕੇ ਨਾਲ ਅੱਗੇ ਪ੍ਰੋਸੀਡ ਕਰਨਾ ਹੈ। ਠੀਕ ਹੈ, ਸਭ ਤੋਂ ਪਹਿਲਾਂ ਅੱਜ ਆਪਾਂ ਕੁਝ ਇਸ ਤਰੀਕੇ ਦੇ ਕੁਐਸਚਨਸ ਨਾਲ ਡੀਲ ਕਰਾਂਗੇ ਜਿਹੜੇ ਐਕਚੁਅਲ 'ਚ ਬੀਐਡ ਦੇ ਵਿੱਚ ਆਪਾਂ ਨੂੰ ਫਾਰਮੈਟ ਦਿੱਤਾ ਜਾਂਦਾ ਉਹ ਇਹ ਵਾਲਾ ਦਿੱਤਾ ਜਾਂਦਾ ਹੈ। ਕਿਹੜਾ ਫਾਰਮੈਟ ਹੈ, ਅਗਰ ਤੁਸੀਂ ਥੋੜ੍ਹਾ ਜਿਹਾ ਚੇਂਜ ਫੀਲ ਕਰ ਪਾ ਰਹੇ ਹੋ ਤਾਂ ਤੁਹਾਨੂੰ ਦਿਖ ਰਿਹਾ ਹੋਏਗਾ ਕਿ ਜਿਹੜਾ ਇਹ ਡਾਟਾ ਦਿੱਤਾ ਹੋਇਆ ਸਾਨੂੰ ਇਹ ਡਿਸੈਂਡਿੰਗ ਆਰਡਰ 'ਚ ਦਿੱਤਾ ਹੋਇਆ। ਲੇਕਿਨ ਇਸ ਤੋਂ ਪਹਿਲਾਂ ਜਿਹੜੀ ਅਸੀਂ ਮੋਸਟਲੀ ਕੁਐਸਚਨਸ ਕਰਕੇ ਹਟੇ ਹਾਂ, ਜਿਵੇਂ ਫੋਰ ਐਗਜ਼ਾਮਪਲ ਆਪਾਂ ਨੇ ਇਹ ਵਾਲਾ ਕੁਐਸਚਨ ਕੀਤਾ ਸੀ ਤਾਂ ਇਹਦੇ 'ਚ ਆਪਣੇ ਕੋਲ ਜਿਹੜਾ ਡਾਟਾ ਹੈ ਉਹ ਆਪਣੇ ਕੋਲ ਵੱਧਦੇ ਕ੍ਰਮ 'ਚ ਦਿੱਤਾ ਹੋਇਆ, ਯਾਨੀ ਕਿ ਆਪਾਂ ਨੂੰ ਇੱਥੇ ਡਾਟਾ ਅਸੈਂਡਿੰਗ ਆਰਡਰ 'ਚ ਦਿੱਤਾ ਹੋਇਆ। ਠੀਕ ਹੈ, ਤਾਂ ਕਈ ਲੋਕ ਕੀ ਕਰਦੇ ਨੇ ਨਾ, ਆਪਣੇ ਮਾਈਂਡ 'ਚ ਕਨਸੈਪਟ ਸੈੱਟ ਕਰ ਲੈਂਦੇ ਨੇ ਕਿ ਜਿੱਥੇ ਸਾਡੀ ਫ੍ਰੀਕੁਐਂਸੀ F1 ਆ ਗਈ ਉਹਦੇ ਉੱਪਰ F0 ਔਰ ਉਹਦੇ ਨੀਚੇ F2। ਇਹ ਬਿਲਕੁਲ ਗਲਤ ਹੈ, ਇਸ ਤਰੀਕੇ ਨਾਲ ਨਹੀਂ ਯਾਦ ਕਰਨਾ। ਜਿਵੇਂ ਐਕਚੁਅਲ 'ਚ ਆਪਾਂ ਕਨਸੈਪਟ ਯਾਦ ਕੀਤਾ ਹੈ ਆਪਾਂ ਉਸ ਤਰੀਕੇ ਨਾਲ ਚੱਲਣਾ ਹੈ। ਠੀਕ ਹੈ ਜੀ, ਸੋ ਇਸ ਦੇ ਵਿੱਚ ਮੈਂ ਆਪਾਂ ਸੋਲਵ ਨਹੀਂ ਕਰਾਂਗੇ, ਬਸ ਮੈਂ ਤੁਹਾਨੂੰ ਦੱਸਣਾ ਕਿ F1 F0 ਦੀਆਂ ਵੈਲਿਊਜ਼ ਆਪਾਂ ਕਿਵੇਂ ਲੈਣੀਆਂ ਨੇ। ਦੇਖੋ, ਸਭ ਤੋਂ ਪਹਿਲਾਂ ਤਾਂ ਜਿਹੜਾ ਮੋਡ ਦਾ ਫਾਰਮੂਲਾ ਹੁੰਦਾ, ਆਈ ਆਲਰੇਡੀ ਟੈਲ ਯੂ ਕਿ ਮੋਡ ਦਾ ਫਾਰਮੂਲਾ ਕੀ ਹੈ, ਲੋਅਰ ਲਿਮਿਟ ਪਲੱਸ F1 ਮਾਈਨਸ F0 ਅਪੋਨ 2 ਟਾਈਮਸ F1 ਮਾਈਨਸ F0 ਮਾਈਨਸ F2 ਔਰ ਇਹਦੀ ਮਲਟੀਪਲਾਈ ਕਰਨੀ ਆ ਆਪਾਂ I ਦੇ ਨਾਲ, ਦੈਟ ਇਜ਼ ਕਲਾਸ ਸਾਈਜ਼, ਰਾਈਟ। ਜਿਨ੍ਹਾਂ ਨੇ ਮੋਡ ਦੀ ਕਲਾਸ ਨਹੀਂ ਦੇਖੀ ਉਹਨਾਂ ਨੂੰ ਮੈਂ ਦੱਸਣਾ ਚਾਹਾਂਗੀ ਕਿ ਚੈਨਲ 'ਤੇ ਪਲੇਲਿਸਟ ਬਣੀ ਹੋਈ ਹੈ, ਤੁਸੀਂ ਅਸੈਸਮੈਂਟ ਫॉर ਲਰਨਿੰਗ ਬੀਐਡ ਦੇ ਵਿੱਚ ਜਾ ਕੇ ਸਾਰੇ ਲੈਕਚਰਸ ਨੂੰ ਦੇਖ ਸਕਦੇ ਹੋ। ਥੈਂਕ ਯੂ ਸੋ ਮਚ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ, ਸਭ ਤੋਂ ਪਹਿਲਾਂ ਆਪਾਂ ਨੇ ਕੀ ਡੀਲ ਕੀਤਾ ਸੀ। ਮੈਂ ਆ ਸਾਰੀ ਗੱਲਬਾਤ ਕਰ ਚੁੱਕੀ ਸੀ ਕਿ ਆਪਾਂ ਕੀ ਹੈ, ਇੱਕ ਬੇਸਿਕਲੀ ਮਾਡਲ ਕਲਾਸ ਲਵਾਂਗੇ। ਉਸ ਮਾਡਲ ਕਲਾਸ ਦੇ ਵਿੱਚ ਜਿਹੜੀ ਲੋਅਰ ਲਿਮਿਟ ਹੋਏਗੀ ਉਹ L ਦੀ ਵੈਲਿਊ ਹੋਏਗੀ। ਕਲਾਸ ਸਾਈਜ਼ ਆਪਾਂ ਸਭ ਨੂੰ ਕੱਢਣਾ ਆਉਂਦਾ, ਲੋਅਰ ਅਪਰ ਲਿਮਿਟ ਔਰ ਲੋਅਰ ਲਿਮਿਟ ਨੂੰ ਮਾਈਨਸ ਕਰਕੇ ਆਪਣੇ ਕੋਲ ਸਾਈਜ਼ ਆਫ ਦਾ ਕਲਾਸ ਇੰਟਰਵਲ ਆ ਜਾਏਗਾ। ਮਾਡਲ ਕਲਾਸ ਦੀ ਜਿਹੜੀ ਫ੍ਰੀਕੁਐਂਸੀ ਉਹਨੂੰ ਆਪਾਂ F1 ਲੈਂਦੇ ਹਾਂ ਅਤੇ ਉਸ ਮਾਡਲ ਕਲਾਸ ਤੋਂ ਪਹਿਲਾਂ ਵਾਲੇ ਕਲਾਸ ਇੰਟਰਵਲ ਦੀ ਫ੍ਰੀਕੁਐਂਸੀ F0 ਅਤੇ ਉਸ ਮਾਡਲ ਕਲਾਸ ਤੋਂ ਬਾਅਦ ਵਾਲੇ ਕਲਾਸ ਇੰਟਰਵਲ ਦੀ ਫ੍ਰੀਕੁਐਂਸੀ F2। ਹੁਣ ਇਹਦੇ 'ਚ ਦੇਖੋ ਧਿਆਨ ਨਾਲ, ਜਦੋਂ ਆਪਾਂ ਫ੍ਰੀਕੁਐਂਸੀ ਕੋਲ ਜਾਂਦੇ ਹਾਂ ਆਪਾਂ ਨੂੰ ਪਤਾ ਚੱਲਦਾ ਕਿ ਸਭ ਤੋਂ ਜ਼ਿਆਦਾ ਜਿਹੜੀ ਫ੍ਰੀਕੁਐਂਸੀ ਹੈ, ਜਿਹੜੀ ਸਭ ਤੋਂ ਜ਼ਿਆਦਾ ਫ੍ਰੀਕੁਐਂਸੀ ਹੈ ਦੈਟ ਇਜ਼ ਵਾਟ, ਦੈਟ ਇਜ਼ F1। ਠੀਕ ਹੈ, F1 ਜਿਹੜੀ ਹੈਗੀ ਹੈ ਉਹ ਸਭ ਤੋਂ ਜ਼ਿਆਦਾ ਫ੍ਰੀਕੁਐਂਸੀ ਹੈ। ਦੈਟ ਮੀਨਸ ਆਹ ਆਪਣੇ ਕੋਲ ਕੀ ਆ ਗਈ, ਮਾਡਲ ਕਲਾਸ ਆ ਗਈ। ਦਿਸ ਇਜ਼ ਅਵਰ ਮਾਡਲ ਕਲਾਸ। ਠੀਕ ਹੈ, ਇੱਥੇ ਲਿਖ ਦਿੰਦੀ ਹਾਂ, ਦਿਸ ਇਜ਼ ਮਾਡਲ ਕਲਾਸ। ਠੀਕ ਹੈ, ਆਹ ਆਪਣੇ ਕੋਲੇ ਕੀ ਆ ਗਈ, ਫ੍ਰੀਕੁਐਂਸੀ F1 ਔਰ ਆਹ ਆਪਣੇ ਕੋਲੇ ਕੀ ਆ ਗਈ, ਲੋਅਰ ਲਿਮਿਟ। L ਦੀ ਵੈਲਿਊ ਆ ਗਈ, F1 ਦੀ ਵੈਲਿਊ ਆ ਗਈ। ਹੁਣ ਬੇਸਿਕਲੀ ਆਪਾਂ ਕਿਹਦੀ ਵੈਲਿਊ ਪਤਾ ਕਰਨੀ ਹੈ, ਫੋਰ ਐਗਜ਼ਾਮਪਲ F0 ਦੀ ਵੈਲਿਊ ਪਤਾ ਕਰਨੀ ਹੈ। ਤਾਂ ਸਾਨੂੰ ਪਤਾ ਹੈ ਕਿ ਮਾਡਲ ਕਲਾਸ ਤੋਂ ਪਹਿਲਾਂ ਵਾਲੇ ਕਲਾਸ ਇੰਟਰਵਲ ਦੀ ਫ੍ਰੀਕੁਐਂਸੀ F0 ਹੈ। ਤਾਂ 140 ਤੇ 150 ਤੋਂ ਪਹਿਲਾਂ ਕਲਾਸ ਇੰਟਰਵਲ ਕਿਹੜਾ ਆਇਆ, 130 ਤੇ 140। ਦੈਟ ਮੀਨਸ ਇਹਦੀ ਜਿਹੜੀ ਫ੍ਰੀਕੁਐਂਸੀ ਹੈ ਦੈਟ ਇਜ਼ F0 ਔਰ ਮਾਡਲ ਕਲਾਸ ਤੋਂ ਨੈਕਸਟ ਕਲਾਸ ਇੰਟਰਵਲ ਦੀ ਜਿਹੜੀ ਫ੍ਰੀਕੁਐਂਸੀ ਹੈ ਦੈਟ ਇਜ਼ F2। ਕਲੀਅਰ ਹੈ ਜੀ। ਸੋ ਬੇਸਿਕਲੀ ਉਸ ਤਰੀਕੇ ਨਾਲ ਨਹੀਂ ਰੱਟਾ ਲਾਉਣਾ ਕਿ F0 1 2 ਬਣ ਜਾਣਗੇ ਜਾਂ ਕਿਸੇ ਤਰੀਕੇ ਨਾਲ। ਬੇਸਿਕਲੀ ਆਪਾਂ ਕਲਾਸ ਇੰਟਰਵਲ ਦੇ ਬੇਸਿਸ 'ਤੇ ਦੇਖਣਾ। ਠੀਕ ਹੈ, ਔਰ I ਦੀ ਵੈਲਿਊ ਤਾਂ ਆਪਾਂ ਕੱਢ ਹੀ ਸਕਦੇ ਹਾਂ। ਆਪਾਂ ਨੂੰ ਪਤਾ ਅਪਰ ਲਿਮਿਟ ਮਾਈਨਸ ਲੋਅਰ ਲਿਮਿਟ, ਮਾਈਨਸ ਲੋਅਰ ਲਿਮਿਟ, ਉਹ ਆਪਣੇ ਕੋਲ ਕੀ ਆ ਜਾਂਦੀ ਹੈ, I ਦੀ ਵੈਲਿਊ ਆ ਜਾਂਦੀ। ਕਿਸੇ ਵੀ ਕਲਾਸ ਇੰਟਰਵਲ ਦੀ ਲੈ ਲਓ ਸੇਮ ਹੀ ਆਏਗੀ। ਫੋਰ ਐਗਜ਼ਾਮਪਲ ਪਹਿਲੇ ਦੀ ਉਹ ਲੈ ਲਓ 190 ਮਾਈਨਸ 180 ਇਜ਼ ਇਕੁਅਲਸ ਟੂ 10। ਕਲੀਅਰ ਹੈ। ਸੋ ਇਹਨੂੰ ਤੁਸੀਂ ਜਦੋਂ ਫਾਰਮੂਲੇ 'ਚ ਪੁੱਟ ਕਰੋਗੇ ਤੁਸੀਂ ਆਨਸਰ ਲੈ ਕੇ ਆ ਸਕਦੇ ਹੋ। ਆਪਾਂ ਆਲਰੇਡੀ ਡੀਲ ਕੀਤਾ ਹੋਇਆ ਇਸ ਦੇ ਵਿੱਚ। ਬਸ ਮੇਰਾ ਮੇਨ ਮੋਟਿਵ ਇਹ ਦੱਸਣਾ ਸੀਗਾ ਕਿ ਡਾਟਾ ਦੇਖ ਲਿਓ ਕਿਸ ਆਰਡਰ ਦੇ ਵਿੱਚ ਔਰ ਫਿਰ ਉਸ ਹਿਸਾਬ ਨਾਲ ਆਪਾਂ ਫ੍ਰੀਕੁਐਂਸੀਜ਼ ਚੂਜ਼ ਕਰਨੀਆਂ ਨੇ। ਓਕੇ, ਸੋ ਹੁਣ ਅਗਰ ਜਿਹੜੇ ਮੈਂ ਸਪੈਸ਼ਲ ਕੇਸ ਦੀ ਗੱਲ ਕਰ ਰਹੀ ਹਾਂ ਉਹ ਇਹ ਵਾਲਾ ਸਪੈਸ਼ਲ ਕੇਸ ਹੈ, ਇਹਨੂੰ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਹੁਣ ਦੇਖੋ ਜੀ, ਹੁਣ ਫੋਰ ਐਗਜ਼ਾਮਪਲ ਆਪਾਂ ਨੂੰ ਕੁਐਸਚਨ ਆ ਗਿਆ ਕਿ ਤੁਸੀਂ ਜੀ ਇਹਦਾ ਕੀ ਪਤਾ ਕਰਨਾ, ਮੋਡ ਪਤਾ ਕਰਨਾ। ਠੀਕ ਹੈ, ਸਭ ਤੋਂ ਪਹਿਲਾਂ ਆਪਾਂ ਮੋਡ ਦਾ ਫਾਰਮੂਲਾ ਲਿਖਿਆ, ਦੈਟ ਇਜ਼ L ਪਲੱਸ F1 ਮਾਈਨਸ F0 ਅਪੋਨ 2 ਟਾਈਮਸ F1 ਮਾਈਨਸ F0 ਮਾਈਨਸ F2 ਮਲਟੀਪਲਾਈ ਬਾਈ I, ਰਾਈਟ। ਓਕੇ, ਸਭ ਤੋਂ ਪਹਿਲਾਂ ਆਪਾਂ ਹਾਈਐਸਟ ਫ੍ਰੀਕੁਐਂਸੀ ਪਤਾ ਕਰਦੇ ਹੁੰਦੇ ਹਾਂ। ਹੁਣ ਜਦੋਂ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਤੁਸੀਂ ਜਦੋਂ ਪਾਓਗੇ ਕਿ ਸਭ ਤੋਂ ਹਾਈਐਸਟ ਫ੍ਰੀਕੁਐਂਸੀ ਕੀ ਹੈ, 10 ਹੈ। ਆਪਾਂ ਇਹਨੂੰ ਮਾਰਕ ਕਰ ਲਿਆ। ਹੁਣ ਦੇਖੋ, ਸਭ ਤੋਂ ਹਾਈਐਸਟ ਫ੍ਰੀਕੁਐਂਸੀ ਆਪਣੀ F1 ਹੁੰਦੀ ਹੈ। ਆਹ ਆਪਣੀ ਮਾਡਲ ਕਲਾਸ ਦੀ ਲੋਅਰ ਲਿਮਿਟ L ਦੀ ਵੈਲਿਊ ਹੁੰਦੀ ਹੈ। F1 ਮਿਲ ਗਿਆ ਸਾਨੂੰ। ਹੁਣ ਦੇਖੋ, ਜਿਹੜਾ F0 ਕੀ ਹੁੰਦੀ ਹੈ, ਇਸ ਕਲਾਸ ਇੰਟਰਵਲ ਤੋਂ ਪਹਿਲਾਂ ਵਾਲੇ ਕਲਾਸ ਇੰਟਰਵਲ ਦੀ ਫ੍ਰੀਕੁਐਂਸੀ ਸਾਡੇ ਕੋਲ F0 ਹੁੰਦੀ ਹੈ। ਲੇਕਿਨ ਇਦੋਂ ਪਹਿਲਾਂ ਤਾਂ ਸਾਡੇ ਕੋਲ ਕੋਈ ਕਲਾਸ ਇੰਟਰਵਲ ਹੈ ਹੀ ਨਹੀਂ। ਸੋ ਦੈਟ ਮੀਨਸ ਅਗਰ ਸਾਡੇ ਕੋਲ ਕਲਾਸ ਇੰਟਰਵਲ ਨਹੀਂ ਹੈ ਤਾਂ ਇੱਥੇ F0 ਦੀ ਵੈਲਿਊ ਕਿੰਨੀ ਆ ਜਾਏਗੀ, 0 ਆ ਜਾਏਗੀ। ਪਲੀਜ਼ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਨਾ ਕਿ ਮੈਂ ਕਹਿ ਰਹੀ ਹਾਂ F1 ਬੇਸਿਕਲੀ ਸਾਡੇ ਕੋਲ ਆ ਗਿਆ, ਲੇਕਿਨ ਹੁਣ ਜੋ ਸਭ ਤੋਂ ਉੱਪਰ ਫ੍ਰੀਕੁਐਂਸੀ ਹੈ ਤਾਂ ਇਸ ਤੋਂ ਪਹਿਲਾਂ ਵਾਲੇ ਕਲਾਸ ਇੰਟਰਵਲ ਦੀ ਫ੍ਰੀਕੁਐਂਸੀ ਸਾਡੇ ਕੋਲ F0 ਹੁੰਦੀ ਹੈ। ਲੇਕਿਨ ਹੁਣ ਜਦ ਇੱਥੇ ਕਲਾਸ ਇੰਟਰਵਲ ਹੀ ਨਹੀਂ ਹੈ ਤਾਂ ਸਾਡੇ ਕੋਲ F0 ਦੀ ਵੈਲਿਊ ਕੀ ਆ ਜਾਏਗੀ, 0। ਦੈਟ ਮੀਨਸ F0 ਦੀ ਜਗ੍ਹਾ ਅਸੀਂ ਕੀ ਲੈ ਕੇ ਚੱਲਾਂਗੇ, 0 ਲੈ ਕੇ ਚੱਲਾਂਗੇ। ਔਰ F2 ਕੀ ਹੁੰਦਾ, ਮਾਡਲ ਕਲਾਸ ਤੋਂ ਅਗਲੇ ਕਲਾਸ ਇੰਟਰਵਲ ਦੀ ਫ੍ਰੀਕੁਐਂਸੀ ਆਪਣੇ ਕੋਲ ਕੀ ਹੁੰਦੀ ਹੈ, F2 ਹੁੰਦੀ ਹੈ। ਸਾਰੀਆਂ ਵੈਲਿਊਜ਼ ਆ ਗਈਆਂ। I ਦੀ ਵੈਲਿਊ ਬੇਸਿਕਲੀ ਆਪਾਂ ਕਿਵੇਂ ਕੱਢਾਂਗੇ, 20 ਮਾਈਨਸ 10 ਕਰ ਦਿਓ, ਆਪਣੇ ਕੋਲ 10 ਆ ਜਾਏਗਾ। ਠੀਕ ਹੈ, ਹੁਣ ਵੈਲਿਊਜ਼ ਪੁੱਟ ਕਰ ਦਿੰਦੇ ਹਾਂ। ਲੋਅਰ ਲਿਮਿਟ ਕਿੰਨੀ ਹੈ ਆਪਣੇ ਕੋਲ, 10 ਪਲੱਸ F1 ਦੀ ਵੈਲਿਊ ਕਿੰਨੀ ਹੈ, 10 ਮਾਈਨਸ F0 0 ਅਪੋਨ 2
F1 ਦੀ ਵੈਲਿਊ ਹੈਗੀ ਹੈ 10 ਮਾਈਨਸ F0 ਦੀ ਵੈਲਿਊ 0 ਮਾਈਨਸ F2 ਦੀ ਵੈਲਿਊ 5 ਮਲਟੀਪਲਾਈ ਕਰ ਦਾਂਗੇ I ਦੇ ਨਾਲ ਔਰ I ਦੀ ਵੈਲਿਊ ਕਿੰਨੀ ਹੈ 10। ਜਦੋਂ ਆਪਾਂ ਇਹਨੂੰ ਸੋਲਵ ਕਰਾਂਗੇ ਤਾਂ 10 ਪਲੱਸ ਆ ਤਾਂ ਦੇਖੋ 10 ਹੀ ਰਹਿ ਜਾਏਗਾ, ਇਹਨੂੰ ਸੋਲਵ ਕਰਾਂਗੇ 20 ਮਾਈਨਸ 5 ਇੰਟੂ 10। ਉਦੋਂ ਬਾਅਦ ਇਹਨੂੰ ਸੋਲਵ ਕਰਾਂਗੇ 10 ਪਲੱਸ 10 ਅਪੋਨ 20 ਦੇ ਵਿੱਚੋਂ 5 ਚਲੇ ਜਾਣਗੇ 15 ਇੰਟੂ 10। ਜਦੋਂ ਤੁਸੀਂ ਇਹਨੂੰ ਸੋਲਵ ਕਰੋਗੇ ਤਾਂ ਤੁਹਾਡੇ ਕੋਲ ਜਿਹੜਾ ਬੇਸਿਕਲੀ ਆਂਸਰ ਆ ਜਾਏਗਾ ਦੈਟ ਇਜ਼ 10.6.66। ਦੈਟ ਮੀਨਸ ਓਵਰਆਲ ਮੋਡ ਦੀ ਵੈਲਿਊ ਕਿੰਨੀ ਆ ਜਾਏਗੀ 16.66। ਦੇਖੋ ਆਪਾਂ ਨੂੰ ਕੈਲਕੂਲੇਟਰ ਅਲਾਉਡ ਹੁੰਦੇ, ਦੈਟਸ ਵਾਈ ਮੈਂ ਕੈਲਕੂਲੇਸ਼ਨ 'ਤੇ ਕੋਈ ਖਾਸ ਕੌਨਸਨਟਰੇਟ ਨਹੀਂ ਕਰ ਰਹੀ। ਮੇਰਾ ਇਹਦੇ ਵਿੱਚ ਮੇਨ ਮਕਸਦ ਇਹੀ ਦੱਸਣਾ ਸੀਗਾ ਕਿ ਅਗਰ ਸਭ ਤੋਂ ਉੱਪਰਲੀ ਕਲਾਸ ਇੰਟਰਵਲ ਆਪਣੇ ਕੋਲ ਹਾਈਐਸਟ ਫ੍ਰੀਕੁਐਂਸੀ ਆ ਜਾਏ ਤਾਂ ਉਸ ਕੇਸ ਦੇ ਵਿੱਚ ਆਪਣਾ ਜਿਹੜਾ ਹੈਗਾ ਅਗਰ ਤਾਂ ਦੇਖੋ ਤਾਂ ਉਸ ਕੇਸ ਦੇ ਵਿੱਚ ਆਪਣਾ F0 0 ਹੋ ਜਾਏਗਾ। ਠੀਕ ਹੈ, ਹੁਣ ਇਸ ਤੋਂ ਆਪੋਜ਼ਿਟ ਕੇਸ ਵੀ ਹੋ ਸਕਦਾ। ਆਪੋਜ਼ਿਟ ਕੇਸ ਕੀ ਹੋ ਸਕਦਾ ਕਿ ਅਗਰ ਸਭ ਤੋਂ ਲਾਸਟ ਵਾਲੇ ਕਲਾਸ ਇੰਟਰਵਲ ਦੀ ਫ੍ਰੀਕੁਐਂਸੀ ਸਭ ਤੋਂ ਹਾਈਐਸਟ ਆ ਜਾਏ, ਜਿਵੇਂ ਹੁਣ ਅਗਰ ਆਪਾਂ ਨੂੰ ਇਸ ਕੇਸ ਦੇ ਵਿੱਚ ਮੋਡ ਕੱਢਣਾ ਪੈ ਗਿਆ ਤਾਂ ਆਪਾਂ ਸਭ ਤੋਂ ਹਾਈਐਸਟ ਫ੍ਰੀਕੁਐਂਸੀ ਦੇਖਦੇ ਹੁੰਦੇ ਹਾਂ, ਆਪਾਂ ਉਹਨੂੰ ਕੀ ਕਰ ਲੈਂਦੇ ਹਾਂ ਮਾਰਕ ਕਰ ਲੈਂਦੇ ਹਾਂ ਪੂਰੇ ਦੇ ਪੂਰੇ ਨੂੰ। ਆਹ ਆਪਣੀ ਮਾਡਲ ਕਲਾਸ ਆ ਗਈ, ਆਹ ਕੀ ਆ ਗਈ ਆਪਣੀ ਫ੍ਰੀਕੁਐਂਸੀ F1 ਆ ਗਈ ਔਰ ਆਹ ਕੀ ਦੀ ਵੈਲਿਊ ਆ ਗਈ L ਦੀ ਵੈਲਿਊ ਆ ਗਈ। ਹੁਣ ਇਸ ਕਲਾਸ ਇੰਟਰਵਲ ਤੋਂ ਪਹਿਲਾਂ ਵਾਲੇ ਕਲਾਸ ਇੰਟਰਵਲ ਦੀ ਫ੍ਰੀਕੁਐਂਸੀ ਹੁੰਦੀ ਆ ਆਪਣੇ ਕੋਲ ਕੀ ਹੁੰਦੀ ਹੈ F0, ਲੇਕਿਨ ਹੁਣ F2 ਦਾ ਕੀ ਕਰੀਏ। F2 ਤਾਂ ਆਪਣੇ ਕੋਲ ਇਸ ਕਲਾਸ ਇੰਟਰਵਲ ਤੋਂ ਬਾਅਦ ਵਾਲੇ ਕਲਾਸ ਇੰਟਰਵਲ ਦੀ ਫ੍ਰੀਕੁਐਂਸੀ ਹੁੰਦੀ ਹੈ, ਲੇਕਿਨ ਹੁਣ ਉਹ ਤਾਂ ਸਾਡੇ ਕੋਲ ਹੈ ਹੀ ਨਹੀਂ। ਸੋ ਦੈਟ ਮੀਨਸ F2 ਦੀ ਵੈਲਿਊ ਆਪਾਂ ਨੇ ਇੱਥੇ ਕੀ ਲੈਣੀ ਹੈ 0 ਲੈਣੀ ਹੈ। ਠੀਕ ਹੈ ਜੀ, ਹੁਣ ਸਾਰੀਆਂ ਵੈਲਿਊ ਸੇਮ ਨੇ, ਜਦੋਂ ਤੁਸੀਂ ਪੁੱਟ ਕਰੋਗੇ ਤੁਸੀਂ ਆਨਸਰ ਲਿਆਓਗੇ। ਸੋ ਬੇਸਿਕਲੀ ਇਸ ਸਿਚੁਏਸ਼ਨ ਦੇ ਵਿੱਚ ਸਪੈਸ਼ਲ ਕੇਸ ਹੁੰਦਾ ਕਿ ਜਦੋਂ ਆਪਣੇ ਕੋਲ ਜਿਹੜੀ ਫ੍ਰੀਕੁਐਂਸੀ ਹਾਈਐਸਟ ਹੈ ਜਾਂ ਤਾਂ ਸਟਾਰਟਿੰਗ 'ਚ ਹੀ ਆ ਜਾਏ ਜਾਂ ਫਿਰ ਸਭ ਤੋਂ ਲਾਸਟ ਦੇ ਵਿੱਚ ਆ ਜਾਏ। ਠੀਕ ਹੈ, ਓਕੇ। ਉਸ ਤੋਂ ਬਾਅਦ ਇਹ ਵਾਲਾ ਸੈਕਿੰਡ ਸਾਡੇ ਕੋਲ ਜਿਹੜਾ ਹੈਗਾ ਉਹ ਸਪੈਸ਼ਲ ਕੇਸ ਹੈ। ਇਸ ਸਪੈਸ਼ਲ ਕੇਸ ਦੇ ਵਿੱਚ ਆਪਾਂ ਕਿਸ ਤਰੀਕੇ ਨਾਲ ਬੇਸਿਕਲੀ ਡੀਲ ਕਰਨਾ ਹੈ। ਹੁਣ ਦੇਖੋ ਆਪਾਂ ਨੇ ਮੋਡ ਪਤਾ ਕਰਨਾ ਹੈ। ਜਦੋਂ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਮੋਡ ਦੇ ਵਿੱਚ ਆਪਾਂ ਸਭ ਤੋਂ ਹਾਈਐਸਟ ਫ੍ਰੀਕੁਐਂਸੀ ਦੇਖਦੇ ਹਾਂ, ਲੇਕਿਨ ਹੁਣ ਆਪਣੇ ਕੋਲ ਕਿੰਨੀਆਂ ਆ ਗਈਆਂ 2 ਹਾਈਐਸਟ ਫ੍ਰੀਕੁਐਂਸੀਜ਼ ਆ ਗਈਆਂ। ਹੁਣ ਆਪਣੇ ਮਾਈਂਡ 'ਚ ਕੀ ਡਾਊਟ ਹੋਏਗਾ ਕਿ ਦੋਨਾਂ ਹਾਈਐਸਟ ਫ੍ਰੀਕੁਐਂਸੀਜ਼ ਦੇ ਵਿੱਚੋਂ ਕਿਹੜੀ ਫ੍ਰੀਕੁਐਂਸੀ ਲੈਣੀ ਹੈ, ਰਾਈਟ। ਇਹ ਵਾਲੀ ਨੂੰ ਹਾਈਐਸਟ ਫ੍ਰੀਕੁਐਂਸੀ ਲੈ ਕੇ ਇਹਨੂੰ ਮਾਡਲ ਕਲਾਸ ਲਈਏ ਜਾਂ ਇਹ ਵਾਲੀ ਨੂੰ ਹਾਈਐਸਟ ਫ੍ਰੀਕੁਐਂਸੀ ਲੈ ਕੇ ਇਹਨੂੰ ਮਾਡਲ ਕਲਾਸ ਲਈਏ। ਸੋ ਦਾ ਆਨਸਰ ਇਜ਼ ਕਿ ਚਾਹੇ ਤਾਂ ਤੁਸੀਂ ਇਹਦੇ ਨਾਲ ਆਨਸਰ ਸੋਲਵ ਕਰ ਲਓ, ਚਾਹੇ ਤੁਸੀਂ ਇਹਦੇ ਨਾਲ ਆਨਸਰ ਸੋਲਵ ਕਰ ਲਓ, ਤੁਹਾਡਾ ਆਨਸਰ ਸੇਮ ਹੀ ਆਏਗਾ। ਦੈਟ ਮੀਨਸ ਚਾਹੇ ਤਾਂ ਤੁਸੀਂ ਇਹਨੂੰ ਮਾਡਲ ਕਲਾਸ ਲੈ ਕੇ ਇਹਨਾਂ ਨੂੰ ਵੈਲਿਊਜ਼ ਦੇ ਦਿਓ, ਚਾਹੇ ਇਹਨੂੰ ਮਾਡਲ ਕਲਾਸ ਲੈ ਕੇ ਕਰ ਲਓ, ਆਨਸਰ ਸੇਮ ਆਏਗਾ। ਮੈਂ ਤੁਹਾਨੂੰ ਦੋਨਾਂ ਤਰੀਕੇ ਨਾਲ ਕੱਢ ਕੇ ਦਿਖਾ ਦਿੰਦੀ ਹਾਂ, ਲੇਕਿਨ ਐਗਜ਼ਾਮ ਦੇ ਵਿੱਚ ਤੁਸੀਂ ਨੇ ਕਿਸੇ ਇੱਕ ਨੂੰ ਜਿਹੜਾ ਹੈਗਾ ਉਹ ਮਾਡਲ ਕਲਾਸ ਲੈ ਕੇ ਆਨਸਰ ਕੱਢ ਦੇਣਾ। ਆਈ ਮਸਟ ਸੇ ਮੈਂ ਇੱਥੇ ਚੀਜ਼ ਜਿਹੜੀ ਮੈਂਸ਼ਨ ਕਰਨਾ ਚਾਹਾਂਗੀ, ਦਿਸ ਇਜ਼ ਅ ਟਾਈਪ ਆਫ ਕੁਐਸਚਨ ਜਿਹੜਾ ਆਪਾਂ ਨੂੰ ਪ੍ਰੀਵੀਅਸ ਈਅਰ ਦੇ ਵਿੱਚ ਆਇਆ ਹੈ। ਉਹਦੇ 'ਚ ਆਪਾਂ ਨੂੰ ਜਿਹੜੀ ਫ੍ਰੀਕੁਐਂਸੀ ਹੈ ਹਾਈਐਸਟ 4 ਦਿੱਤੀ ਹੋਈ ਸੀ। ਠੀਕ ਹੈ ਜੀ, ਸੋ ਬੇਸਿਕਲੀ ਉਹਦੇ 'ਚ ਕੁਛ ਮਰਜ਼ੀ ਲੈ ਲੈਣਾ। ਪਹਿਲਾਂ ਮੈਂ ਬਰਾਊਨ ਪੈਨ ਨਾਲ ਕਰ ਦਿੰਦੀ ਹਾਂ ਇੱਕ ਲੈ ਕੇ, ਦੂਸਰਾ ਆਪਾਂ ਹੋਰ ਪੈਨ ਨਾਲ ਕਰ ਲਾਂਗੇ। ਸਭ ਤੋਂ ਪਹਿਲਾਂ ਫੋਰ ਐਗਜ਼ਾਮਪਲ ਮੈਂ ਜਿਹੜੀ ਹਾਈਐਸਟ ਫ੍ਰੀਕੁਐਂਸੀ ਹੈ ਉਹ ਕਿਹੜੇ ਵਾਲੀ ਕਲਾਸ ਨੂੰ ਲੈ ਰਹੀ ਹਾਂ। ਫੋਰ ਐਗਜ਼ਾਮਪਲ ਮੈਂ ਲੈ ਰਹੀ ਹਾਂ ਕਿ ਦਿਸ ਵਨ। ਫੋਰ ਐਗਜ਼ਾਮਪਲ ਮੈਂ ਹਜੇ ਇਸ ਨੂੰ ਸਭ ਤੋਂ ਹਾਈਐਸਟ ਫ੍ਰੀਕੁਐਂਸੀ ਮੰਨ ਕੇ ਚੱਲ ਰਹੀ ਹਾਂ, ਇਹ ਵਾਲਾ 6। ਸੋ ਦੈਟ ਮੀਨਸ ਹੁਣ ਮੇਰੀ ਮਾਡਲ ਕਲਾਸ 3 to 5 ਹੋ ਜਾਏਗੀ। 3 to 5 ਵਿੱਚ ਲੋਅਰ ਲਿਮਿਟ ਕੌਣ ਹੈ 3, ਯਾਨੀ ਮੇਰੀ L ਦੀ ਵੈਲਿਊ ਹੋਗੀ। ਆਹ 6 ਯਾਨੀ ਕਿ ਮੇਰੀ F1 ਦੀ ਵੈਲਿਊ ਹੋਗੀ। ਮਾਡਲ ਕਲਾਸ ਤੋਂ ਪਹਿਲਾਂ ਵਾਲੇ ਕਲਾਸ ਇੰਟਰਵਲ ਦੀ ਫ੍ਰੀਕੁਐਂਸੀ ਮੇਰੇ ਕੋਲ F0 ਹੋਗੀ ਔਰ ਮਾਡਲ ਕਲਾਸ ਤੋਂ ਬਾਅਦ ਵਾਲੇ ਕਲਾਸ ਇੰਟਰਵਲ ਦੀ ਫ੍ਰੀਕੁਐਂਸੀ ਮੇਰੇ ਕੋਲ ਕਿੰਨੀ ਹੋ ਜਾਂਦੀ ਹੈ F2 ਹੋ ਜਾਂਦੀ ਹੈ। ਉਸ ਤੋਂ ਬਾਅਦ ਆਪਾਂ I ਦੀ ਵੈਲਿਊ ਕੱਢਦੇ ਹੁੰਦੇ ਹਾਂ। ਸੋ I ਦੀ ਵੈਲਿਊ ਬੇਸਿਕਲੀ ਕੀ ਹੈ 3 - 1 = 2। ਕਲਾਸ ਇੰਟਰਵਲ ਸਭ ਨੂੰ ਸਾਈਜ਼ ਕੱਢਣਾ ਆਉਂਦਾ, ਸੋ ਮੈਂ ਇਸ 'ਤੇ ਕੌਨਸਨਟਰੇਟ ਨਹੀਂ ਕਰਦੀ। ਠੀਕ ਹੈ, ਉਸ ਤੋਂ ਬਾਅਦ ਦੇਖੋ ਮੋਡ ਦੇ ਵਿੱਚ ਆਪਣੇ ਕੋਲ ਮੈਂ ਡਾਇਰੈਕਟ ਵੈਲਿਊਜ਼ ਪੁੱਟ ਕਰ ਦਿੰਦੀ ਹਾਂ। ਠੀਕ ਹੈ, L ਦੀ ਵੈਲਿਊ ਕਿੰਨੀ ਹੈ 3 ਪਲੱਸ ਉਸ ਤੋਂ ਬਾਅਦ F1 ਦੀ ਵੈਲਿਊ ਕਿੰਨੀ ਹੈ 6 ਮਾਈਨਸ F0 ਦੀ ਵੈਲਿਊ 5 ਅਪੋਨ 2 ਟਾਈਮਸ F1 ਮਾਈਨਸ F0 ਮਾਈਨਸ F2 ਇੰਟੂ 2। ਜਦੋਂ ਤੁਸੀਂ ਇਹਨੂੰ ਸੋਲਵ ਕਰੋਗੇ 3 ਪਲੱਸ 6 5 ਮਾਈਨਸ ਕੀਤਾ, ਇਹਨੂੰ ਮਲਟੀਪਲਾਈ ਕੀਤਾ, ਮਾਈਨਸ ਇਹਨੂੰ ਸੋਲਵ ਕਰੋਗੇ ਤਾਂ ਕਿੰਨਾ ਆ ਜਾਏਗਾ -11 ਇੰਟੂ 2। ਉਸ ਤੋਂ ਬਾਅਦ ਕਰੋਗੇ 3 ਪਲੱਸ 12 'ਚੋਂ 1 ਜਾਣਗੇ ਔਰ ਇਹ 2। ਦੈਟ ਮੀਨਸ ਆ ਕਿੰਨਾ ਬਣ ਗਿਆ 2। ਸੋ 3 ਪਲੱਸ 2 = 5। ਦੈਟ ਮੀਨਸ ਆਪਣੀ ਮਾਡਲ ਨਹੀਂ ਮੋਡ ਹੁੰਦਾ, ਮੋਡ ਦੀ ਵੈਲਿਊ ਕਿੰਨੀ ਆ ਗਈ 5 ਆ ਗਈ। ਠੀਕ ਹੈ ਜੀ, ਆਈ ਹੋਪ ਦਿਸ ਇਜ਼ ਕਲੀਅਰ। ਔਰ ਉਸ ਤੋਂ ਬਾਅਦ ਅਗਰ ਤੁਸੀਂ ਦੂਸਰੇ ਤਰੀਕੇ ਨਾਲ ਕਰਨਾ ਚਾਹੋ, ਮੈਂ ਪੈਨ ਚੇਂਜ ਕਰਨਾ, ਜਸਟ ਗਿਵ ਮੀ 1 ਸੈਕਿੰਡ, ਓਕੇ। अगर दूसरे तरीके नाल करना चाहूँ तो पेन भी क्यों चेंज करना, आप डायरैक्ट ही इधर मैं साइड पे सॉल्व कर देनी हाँ। अगर मान लो क्लास इंटरवल अपने को मैं सेम ही लेके चल रही हूँ 1 to 3, 3 to 5, 5 to 7, 7 to 9, 9 to 11 और फ्रीकुएंसी ਦੇ ਵਿੱਚ ਆਪਾਂ ਚੱਲ ਰਹੇ ਹਾਂ 5, 6, 6, 2 and 1। ਪਹਿਲਾਂ ਆਪਾਂ ਇਹਨੂੰ ਹਾਈਐਸਟ ਲਿਆ ਸੀ, ਹੁਣ ਆਪਾਂ ਇਹਨੂੰ ਹਾਈਐਸਟ ਲੈ ਲੈਂਦੇ ਹਾਂ। ਦੈਟ ਮੀਨਸ ਦਿਸ ਇਜ਼ ਦ ਵੈਲਿਊ ਆਫ F1
ਆਹ ਆਪਣੇ ਕੋਲ L ਦੀ ਵੈਲਿਊ ਆ ਗਈ, ਇਸ ਤੋਂ ਪਹਿਲਾਂ ਵਾਲੇ ਦੀ ਫ੍ਰੀਕੁਐਂਸੀ F0 ਔਰ ਇਸ ਤੋਂ ਬਾਅਦ ਵਾਲੇ ਦੀ ਫ੍ਰੀਕੁਐਂਸੀ ਕੌਣ ਆ ਗਈ F2। I ਦੀ ਵੈਲਿਊ ਸੇਮ ਹੈ 2। ਜਦੋਂ ਹੁਣ ਮੈਂ ਇੱਥੇ ਮੋਡ ਦੀ ਵੈਲਿਊ ਫਾਈਂਡ ਆਊਟ ਕੀਤੀ ਤਾਂ ਮੋਡ ਦਾ ਫਾਰਮੂਲਾ ਇਜ਼ ਬੇਸਿਕਲੀ ਸਭ ਤੋਂ ਪਹਿਲਾਂ L ਦੀ ਵੈਲਿਊ ਲਿਖਣੀ ਹੈ ਔਰ L ਆਪਣੇ ਕੋਲ ਕਿੰਨਾ ਆਇਆ 5 ਪਲੱਸ F1 ਦੀ ਵੈਲਿਊ ਕਿੰਨੀ ਹੈ 6 ਮਾਈਨਸ F0 ਦੀ ਵੈਲਿਊ ਕਿੰਨੀ ਹੈ 6 ਅਪੋਨ 2 ਟਾਈਮਸ F1 ਯਾਨੀ 2 ਟਾਈਮਸ 6 ਮਾਈਨਸ F0 ਦੀ ਵੈਲਿਊ ਕਿੰਨੀ ਹੈ 6 ਮਾਈਨਸ F2 ਦੀ ਵੈਲਿਊ ਕਿੰਨੀ ਹੈ 2 ਔਰ ਇਹਨੂੰ ਆਪਾਂ ਮਲਟੀਪਲਾਈ ਕਰਤਾ ਕਿਹਦੇ ਨਾਲ I ਨਾਲ ਔਰ I ਦੀ ਵੈਲਿਊ ਆਪਣੇ ਕੋਲ ਕੀ ਹੈ 2। ਹੁਣ ਦੇਖੋ 6 ਮਾਈਨਸ 6 0 ਆਏਗਾ ਤਾਂ ਆਹ ਵਾਲੀ ਤਾਂ ਪੂਰੀ ਦੀ ਪੂਰੀ ਟਰਮ ਹੀ 0 ਹੋ ਜਾਏਗੀ। ਠੀਕ ਹੈ, ਮੈਂ ਸੋਲਵ ਨਹੀਂ ਕਰ ਰਹੀ, ਪਲੀਜ਼ ਸਮਝਣ ਦੀ ਕੋਸ਼ਿਸ਼ ਕਰਨਾ। 6 ਮਾਈਨਸ 6 0 ਤਾਂ ਹੁਣ 0 ਨਾਲ ਚਾਹੇ ਡਿਵਾਈਡ ਕਰੋ ਚਾਹੇ ਮਲਟੀਪਲਾਈ ਕਰੋ ਆਂਸਰ ਤਾਂ 0 ਹੀ ਆਏਗਾ। ਸੋ ਦੈਟ ਮੀਨਸ ਆਪਣੇ ਕੋਲੇ ਮੋਡ ਕੀ ਰਹਿ ਜਾਏਗਾ 5 ਪਲੱਸ 0। ਸੋ ਮੋਡ ਆਪਣੇ ਕੋਲੇ ਕਿੰਨਾ ਆ ਗਿਆ 5। ਕਲੀਅਰ ਹੈ ਜੀ। ਸੋ ਤੁਸੀਂ ਦੇਖ ਪਾ ਰਹੇ ਹੋ ਕਿ ਜਦੋਂ ਮੈਂ ਇਸ 6 ਨੂੰ ਆਹ ਵਾਲੀ ਇਹਦੇ 6 ਦੇ ਕੋਰਿਸਪੋਂਡਿੰਗ ਇਹਨੂੰ ਮੋਡਲ ਕਲਾਸ ਮੰਨਿਆ ਤਾਂ ਵੀ ਮੇਰੇ ਕੋਲ ਆਂਸਰ ਜਿਹੜਾ ਹੈਗਾ ਉਹ 5 ਹੀ ਆਇਆ। ਔਰ ਜਦੋਂ ਫਿਰ ਮੈंने ਅਗਲੀ ਸਿਚੁਏਸ਼ਨ ਦੇ ਵਿੱਚ ਇਸ ਨੂੰ ਹਾਈਐਸਟ ਫ੍ਰੀਕੁਐਂਸੀ ਲੈ ਕੇ ਇਹਨੂੰ ਮੋਡਲ ਕਲਾਸ ਮੰਨਿਆ ਤਾਂ ਵੀ ਮੇਰੇ ਕੋਲ ਜਿਹੜਾ ਆਂਸਰ ਹੈ 5 ਹੀ ਆਇਆ। ਸੋ ਬੇਸਿਕਲੀ ਇੱਕ ਵਾਰ ਮੈਂ ਪੂਰਾ ਕਨਕਲੂਜਨ ਕੱਢ ਦਿੰਦੀ ਹਾਂ। ਇਸ ਅੱਜ ਦੀ ਵੀਡੀਓ ਦੇ ਵਿੱਚ ਪਹਿਲੀ ਗੱਲ ਇਹ ਦੱਸਣਾ ਸੀ ਕਿ ਤੁਸੀਂ ਆਹ ਵਾਲੀ ਚੀਜ਼ ਦੇਖ ਲੈਣਾ ਕਿ ਤੁਹਾਨੂੰ ਡਾਟਾ ਅਸੈਂਡਿੰਗ 'ਚ ਦਿੱਤਾ ਜਾਂ ਡਿਸੈਂਡਿੰਗ 'ਚ ਦਿੱਤਾ ਹੈ, ਉਹਦੇ ਬੇਸਿਸ 'ਤੇ ਤੁਸੀਂ ਆਪਣੀਆਂ ਵੈਲਿਊਜ਼ ਪੁੱਟ ਕਰਨੀਆਂ ਨੇ। ਸੈਕਿੰਡ ਦੇ ਵਿੱਚ ਆਪਣੇ ਇਹ ਕੁਐਸਚਨ ਨਾਲ ਡੀਲ ਕੀਤਾ ਕਿ ਅਗਰ ਸਭ ਤੋਂ ਉੱਪਰ ਸਾਨੂੰ ਹਾਈਐਸਟ ਫ੍ਰੀਕੁਐਂਸੀ ਆ ਜਾਏ ਔਰ ਸਭ ਤੋਂ ਮਤਲਬ ਲਾਸਟ ਕਲਾਸ ਇੰਟਰਵਲ 'ਚ ਹਾਈਐਸਟ ਫ੍ਰੀਕੁਐਂਸੀ ਆ ਜਾਏ ਤਾਂ ਉਸ ਕੇਸ ਦੇ ਵਿੱਚ ਆਪਾਂ ਕਿਵੇਂ ਡੀਲ ਕਰਾਂਗੇ। ਔਰ ਇਸ ਕੇਸ ਦੇ ਵਿੱਚ ਆਪਾਂ ਇਹ ਸਿਚੁਏਸ਼ਨ ਨਾਲ ਡੀਲ ਕੀਤਾ ਕਿ ਅਗਰ ਦੋ ਹਾਈਐਸਟ ਫ੍ਰੀਕੁਐਂਸੀਜ਼ ਆ ਜਾਣ ਤਾਂ ਆਪਾਂ ਕਿਹੜੀ ਫ੍ਰੀਕੁਐਂਸੀ ਨੂੰ ਮੇਨ ਫ੍ਰੀਕੁਐਂਸੀ ਮੰਨ ਕੇ ਉਹਦੀ ਕੋਰਿਸਪੋਂਡਿੰਗ ਵਾਲੀ ਕਲਾਸ ਇੰਟਰਵਲ ਨੂੰ ਮੋਡਲ ਕਲਾਸ ਮੰਨਾਂਗੇ। ਸੋ ਦਾ ਆਂਸਰ ਇਜ਼ ਕਿਸੇ ਨੂੰ ਵੀ ਮੰਨ ਸਕਦੇ ਹਾਂ, ਆਂਸਰ ਸੇਮ ਆਏਗਾ। ਐਂਡ ਦਿਸ ਇਜ਼ ਦ ਪ੍ਰੀਵੀਅਸ ਯੋਰ ਕੁਐਸਚਨ। ਆਈ ਹੋਪ that you like the video, and if you like the video don't forget to like the video and subscribe the channel, right? Thank you so much for watching this video and all the best for your exams. Thank you.